ਹੈਲੋ एवरीवन वेलकम और वेलकम बैक टू माई चैनल बीए ਸਮੈਸਟਰ 5 ਪੋਲੀਟੀਕਲ ਸਾਇੰਸ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਬ੍ਰਿਟਿਸ਼ ਮੋਨਾਰਕੀ ਬ੍ਰਿਟਿਸ਼ ਰਾਜਤੰਤਰ। ਤਾਂ ਰਾਜੇ ਅਤੇ ਤਾਜ 'ਚ ਕੀ ਅੰਤਰ ਹੈ, ਬਰਤਾਨਵੀ ਰਾਜੇ ਦੀਆਂ ਸ਼ਕਤੀਆਂ ਦੀ ਵਿਆਖਿਆ ਕਰੋ। ਠੀਕ ਹੈ, ਤਾਂ ਬਰਤਾਨੀਆ ਜਿਹੜੀ ਕੋਈ ਵੀ ਆ ਜੇ, ਦੇਖੋ ਬ੍ਰਿਟੇਨ ਬ੍ਰਿਟਿਸ਼ ਆ ਜੇ, ਬਰਤਾਨਵੀ ਆ ਜੇ ਜਾਂ ਫਿਰ ਇੰਗਲੈਂਡ ਆ ਜੇ, ਤਾਂ ਇਹ ਤਿੰਨੋਂ ਚੀਜ਼ਾਂ ਇੱਕ ਨੇ। ਤਾਂ ਬਰਤਾਨੀਆ 'ਚ ਕੀ ਸੀ, ਵਰਤਮਾਨ ਸਮੇਂ ਦੇ ਵਿੱਚ ਰਾਜਤੰਤਰ ਦੀ ਹੋਂਦ ਹਜੇ ਵੀ ਪਾਈ ਜਾਂਦੀ ਹੈ। ਪਰ ਪਹਿਲਾਂ ਕੋਈ ਟਾਈਮ ਸੀ ਜਦੋਂ ਰਾਜਾ ਨਿਰੰਕੁਸ਼ ਹੁੰਦਾ ਸੀਗਾ। ਠੀਕ ਹੈ, ਅਸੀਮਤ ਉਹਦੀਆਂ ਸ਼ਕਤੀਆਂ ਹੁੰਦੀਆਂ ਸੀਗੀਆਂ। ਵਿਕਟੋਰੀਆ ਕਾਲ ਵਿੱਚ ਰਾਜੇ ਦੀਆਂ ਅਸੀਮਤ ਸ਼ਕਤੀਆਂ ਜਿਹੜੀਆਂ ਸੀਗੀਆਂ ਹੁੰਦੀਆਂ ਸੀ ਅਤੇ ਮਹਾਰਾਣੀ ਵਿਕਟੋਰੀਆ ਕਦੇ ਵੀ ਜਲ ਸੈਨਾ, ਥਲ ਸੈਨਾ ਕੁਝ ਵੀ ਜਿਹੜੀ ਸੀ ਭੰਗ ਕਰ ਸਕਦੀ ਸੀ, ਯੁੱਧ ਸ਼ੁਰੂ ਕਰ ਸਕਦੀ ਸੀ ਅਤੇ ਪ੍ਰਜਾ ਦੇ ਹਰੇਕ ਵਿਅਕਤੀ ਨੂੰ ਪੀਅਰ ਬਣਾ ਸਕਦੀ ਸੀ। ਤਾਂ ਕੁਝ ਵੀ ਕਰਦੇ ਸੀ, ਸਾਰੇ ਅਧਿਕਾਰੀਆਂ ਨੂੰ ਚਾਹੇ ਦੰਡ ਦੇ ਚਾਹੇ ਜਿਹੜੇ ਹੈ ਖਤਮ ਕਰ ਦੇ, ਤਾਂ ਜਾਂ ਫਿਰ ਜਿਹੜਾ ਹੈ ਉਹ ਮਾਫ ਵੀ ਕਰ ਸਕਦੀ ਸੀ। ਪਰ 1688 ਦੇ ਵਿੱਚ ਸ਼ਾਨਦਾਰ ਕ੍ਰਾਂਤੀ ਆਈ ਹੈ ਤਾਂ ਰਾਜਤੰਤਰ ਹੋਂਦ 'ਚ ਆ ਗਿਆ ਸੀਮਤ ਵਾਲਾ। ਪਹਿਲਾਂ ਅਸੀਮਤ ਸ਼ਕਤੀਆਂ ਸੀਗੀਆਂ ਤੇ ਹੁਣ ਜਿਹੜੀਆਂ ਹੈ 1688 ਤੋਂ ਬਾਅਦ 'ਚ ਸੀਮਤ ਲਿਮਿਟ ਆ ਗਈ ਹੈ ਰਾਜੇ ਦੀ ਸ਼ਕਤੀ ਦੇ ਵਿੱਚ। ਠੀਕ ਹੈ, ਇੰਗਲੈਂਡ ਦੇ ਵਿੱਚ ਸ਼ਕਤੀਆਂ ਪਹਿਲਾਂ ਬਹੁਤ ਜ਼ਿਆਦਾ ਸੀਗੀਆਂ, ਹੁਣ ਕੀ ਹੋ ਗਈਆਂ, ਸੀਮਤ ਹੋ ਗਈਆਂ। ਵਰਤਮਾਨ ਸਮੇਂ ਵਿੱਚ ਰਾਜਾ ਸਿਰਫ ਸੰਵਿਧਾਨਕ ਮੁਖੀ ਦੇ ਰੂਪ 'ਚ ਕੰਮ ਕਰਦਾ ਹੈ, ਉਸ ਕੋਲੇ ਅਸਲੀ ਵਾਸਤਵਿਕ ਸ਼ਕਤੀ ਨਹੀਂ ਹੈ। ਅਸਲੀ ਜਿਹੜਾ ਕਰਤਾ ਧਰਤਾ ਹੈ ਉਹ ਪ੍ਰਧਾਨ ਮੰਤਰੀ ਅਤੇ ਉਹਦਾ ਮੰਤਰੀ ਮੰਡਲ ਹੈ। ਸੰਸਦ ਜਿਹੜੇ ਹੈ ਸਾਰੇ ਕੰਮ ਕਰਦੀ ਹੈ ਅਤੇ ਰਾਜਾ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਵੀ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ। ਆਪਾਂ ਪ੍ਰੀਵੀਅਸ ਕੁਐਸਚਨ ਦੇ ਵਿੱਚ ਦੇਖਿਆ। ਹੁਣ ਰਾਜੇ ਅਤੇ ਤਾਜ 'ਚ ਕੀ ਅੰਤਰ ਹੈ। ਗਲੈਡਸਟੋਨ ਕਹਿ ਰਹੇ ਨੇ, ਕਹਿੰਦੇ ਬਰਤਾਨਵੀ ਸਰਕਾਰ ਦੀ ਪ੍ਰਕਿਰਤੀ ਭਾਸ਼ਾ ਵਿੱਚ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਸੂਖਮ ਅੰਤਰ ਪਾਏ ਜਾਂਦੇ ਨੇ। ਤਾਜ ਅਤੇ ਰਾਜੇ ਦੇ ਅੰਤਰ ਤੋਂ ਵੱਧ ਕੇ ਕੋਈ ਹੋਰ ਮਹੱਤਵਪੂਰਨ ਅੰਤਰ ਨਹੀਂ ਹੈ। ਤਾਜ ਅਤੇ ਰਾਜੇ ਦਾ ਅੰਤਰ ਕਰਨ ਤੋਂ ਪਹਿਲਾਂ ਤਾਜ ਦੇ ਅਰਥਾਂ ਦੀ ਜਿਹੜੀ ਹੈ ਸਾਨੂੰ ਪਤਾ ਹੋਣਾ ਚਾਹੀਦਾ, ਤਾਜ ਦਾ ਕੀ ਅੰਤਰ ਹੈ। ਸਿਡਨੀ ਲੋਕ ਕਹਿ ਰਹੇ ਨੇ ਤਾਜ ਸ਼ਕਤੀਮਈ ਕਿਰਿਆਤਮਕ ਕਲਪਨਾ ਹੈ। ਠੀਕ ਹੈ, ਜਿਸ ਦੇ ਕੋਲ ਸ਼ਕਤੀ ਹੈ ਤਾਜ ਹੈ। ਤਾਜ ਜਿਹੜਾ ਹੈ ਸੰਪੰਨ ਸ਼ਕਤੀਆਂ, ਵਿਸ਼ੇਸ਼ ਅਧਿਕਾਰਾਂ ਦਾ ਗੱਠਾ ਹੈ, ਕਾਨੂੰਨੀ ਵਿਚਾਰ ਹੈ। ਤਾਂ ਸਰ ਮਾਰਸ ਕਹਿ ਰਹੇ ਨੇ। ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਰਾਜੇ ਅਤੇ ਤਾਜ ਦਾ ਅੰਤਰ ਸਪਸ਼ਟ ਕਰਨ ਲਈ ਇਹ ਖੋਤ ਹੀ ਕਾਫੀ ਹੈ। ਜਦੋਂ ਰਾਜੇ ਦੀ ਮੌਤ ਹੋ ਜਾਂਦੀ ਹੈ ਤਾਂ ਕਿਹਾ ਜਾਂਦਾ ਰਾਜੇ ਦੀ ਮੌਤ ਹੋ ਗਈ, ਪਰ ਤਾਜ ਦੀ ਮੌਤ ਤਾਂ ਨਹੀਂ ਹੁੰਦੀ। ਤਾਜ ਜਿਹੜਾ ਹੈ ਅੱਗੇ ਚੱਲ ਜਾਂਦਾ ਹੈ ਰਾਜਕੁਮਾਰਾਂ ਕੋਲੇ। ਠੀਕ ਹੈ, ਇਸ ਤੋਂ ਭਾਵ ਹੈ ਕਿ ਰਾਜਾ ਤਾਂ ਮਨੁੱਖ ਸੀ ਜਿਸ ਦੀ ਮੌਤ ਹੋ ਗਈ ਹੈ। ਰਾਜ ਪਦਵੀ ਦੀ ਇੱਕ ਸੰਸਥਾ ਹੈ ਜੋ ਸਦਾ ਅਮਰ ਰਹਿੰਦੀ ਹੈ। ਠੀਕ ਹੈ, ਤਾਂ ਤਾਜ ਜਿਹੜਾ ਹੈ ਉਹ ਅੱਗੇ ਅੱਗੇ ਜਾਈ ਜਾਂਦਾ ਹੈ, ਪਰ ਜਿਹੜਾ ਰਾਜਾ ਹੈ ਉਹ ਮਰ ਜਾਂਦਾ ਹੈ ਨਾ। ਰਾਜੇ ਦੇ ਮਰਨ ਨਾਲ ਤਾਜ ਦੀਆਂ ਸ਼ਕਤੀਆਂ 'ਤੇ ਅਸਰ ਨਹੀਂ ਪੈਂਦਾ। ਰਾਜੇ ਦੀ ਮੌਤ ਤੋਂ ਬਾਅਦ ਰਾਜਪਦ ਦੀ ਸੰਸਥਾ ਅਰਥਾਤ ਤਾਜ ਜਿਹੜਾ ਹੈ ਨਿਸ਼ਚਿਤ ਨਿਯਮਾਂ ਦੇ ਆਧਾਰ 'ਤੇ ਰਾਜੇ ਦੇ ਉੱਤਰਾਧਿਕਾਰੀ ਕੋਲ ਹੀ ਚਲਾ ਜਾਂਦਾ ਹੈ। ਤਾਂ ਤਾਜ ਕਿਹਦੇ ਕੋਲ ਜਾਏਗਾ, ਉਸਦੀਆਂ ਸ਼ਕਤੀਆਂ ਕਿਹਦੇ ਕੋਲ ਜਾਣਗੀਆਂ, ਜਿਹਦੇ ਕੋਲ ਤਾਜ ਹੋਏਗਾ। ਤਾਂ ਤਾਜ ਉਹਦੇ ਰਾਜਕੁਮਾਰਾਂ 'ਚ ਹੀ ਹੋਏਗਾ। ਅਗਰ ਰਾਜਕੁਮਾਰ ਨਹੀਂ ਹੈ ਤਾਂ ਰਾਜਕੁਮਾਰੀ ਦੇ ਹੱਥ 'ਚ ਚਲਾ ਜਾਏਗਾ ਉੱਤਰਾਧਿਕਾਰਪਨ ਨੂੰ, ਹੈ ਨਾ। ਤਾਜ ਇੱਕ ਬਨਾਵਟੀ ਅਤੇ ਵਿਧਾਨਕ ਹੈ, ਕਦੇ ਇਹ ਮਰਦਾ ਨਹੀਂ ਹੈ। ਤਾਜ ਦੀਆਂ ਸ਼ਕਤੀਆਂ, ਵਿਸ਼ੇਸ਼ ਅਧਿਕਾਰ, ਕਰਤੱਵ ਰਾਜੇ ਦੀ ਮੌਤ ਦੇ ਨਾਲ ਰੁਕ ਨਹੀਂ ਜਾਂਦੇ, ਅੱਗੇ ਚੱਲਦੇ ਰਹਿੰਦੇ ਨੇ। ਤਾਜ ਰੂਪੀ ਸੰਸਥਾ ਦੀ ਮੌਤ ਨਹੀਂ ਹੁੰਦੀ, ਰਾਜੇ ਦੀ ਮੌਤ ਹੋ ਜਾਂਦੀ ਹੈ। ਠੀਕ ਹੈ, ਤਾਂ ਸ਼ਕਤੀਆਂ ਜਿਹੜੀਆਂ ਨੇ ਅੱਗੇ ਅੱਗੇ ਚਲੀਆਂ ਜਾਂਦੀਆਂ ਨੇ। ਤਾਜ ਜਿਹੜਾ ਹੈ ਉਹ ਇੱਕ ਰਾਜੇ ਤੋਂ ਦੂਜੇ ਰਾਜੇ ਕੋਲ ਸ਼ਕਤੀ ਜਿਹੜੀ ਹੈ ਤਾਜ ਦੀ ਉਹ ਜਾਂਦੀ ਰਹਿੰਦੀ ਹੈ। ਠੀਕ ਹੈ, ਸੋ ਇਹ ਰਾਜੇ ਅਤੇ ਤਾਜ 'ਚ ਅੰਤਰ ਹੈ। ਇੰਪੋਰਟੈਂਟ ਸ਼ਾਰਟ ਕੁਐਸਚਨ ਵੀ ਹੈ, ਲੌਂਗ ਕੁਐਸਚਨ ਵੀ ਹੈ। ਤਾਂ ਫਿਰ ਜਿਹੜਾ ਰਾਜੇ ਦੀਆਂ ਸ਼ਕਤੀਆਂ ਕਿਹੜੀਆਂ ਨੇ ਤੇ ਤਾਜ ਦੀਆਂ ਸ਼ਕਤੀਆਂ ਕਿਹੜੀਆਂ ਨੇ, ਰਾਜੇ ਜਾਂ ਤਾਜ ਦੀਆਂ ਸ਼ਕਤੀਆਂ ਦੋਨੋਂ ਪੜਾਂਗੇ। ਪਹਿਲਾਂ ਪਹਿਲ ਇੰਗਲੈਂਡ ਵਿੱਚ ਨਿਰੰਕੁਸ਼ ਰਾਜਤੰਤਰ ਸੀ। ਰਾਜੇ ਜਿਹੜੇ ਸੀਗੇ, ਰਾਜੇ ਦੇ ਮੂੰਹੋਂ ਨਿਕਲਿਆ ਵਰਡ ਸੱਚ ਹੁੰਦਾ ਸੀ, ਕਾਨੂੰਨ ਹੁੰਦਾ ਸੀ। ਪਰ ਹੁਣ ਇਸ ਟਾਈਮ ਇੰਗਲੈਂਡ 'ਚ ਐਸਾ ਕੁਝ ਨਹੀਂ ਹੈ, ਪਹਿਲਾਂ ਇੰਗਲੈਂਡ 'ਚ ਇਹੀ ਕੁਝ ਚੱਲਦਾ ਸੀ। ਅੱਜ ਇੰਗਲੈਂਡ ਵਿੱਚ ਨਿਰੰਕੁਸ਼ ਰਾਜਤੰਤਰ ਨਹੀਂ ਹੈ। ਨਿਰੰਕੁਸ਼ ਮਤਲਬ ਰਾਜਾ ਆਪਣੀ ਮਨਮਾਨੀ ਨਹੀਂ ਕਰ ਸਕਦਾ, ਉਸਦੇ ਸੰਵਿਧਾਨਕ ਅਧਿਕਾਰ ਸੀਮਤ ਕਰ ਦਿੱਤੇ ਗਏ ਨੇ। ਨਿਰੰਕੁਸ਼ ਸ਼ਕਤੀਆਂ ਨਹੀਂ, ਉਹਦੇ ਕੋਲੇ ਸੀਮਤ ਸ਼ਕਤੀਆਂ ਨੇ। ਉਹ ਸਿਰਫ ਨਾਮ ਦਾ ਮੁਖੀ ਹੈ, ਅਸਲੀ ਕਰਤਾ ਧਰਤਾ ਸੰਸਦ ਹੈ। ਸੰਸਦ ਤੋਂ ਬਿਨਾਂ ਪੁੱਛੇ ਉਹ ਕੁਝ ਵੀ ਨਹੀਂ ਕਰ ਸਕਦਾ। ਪਰ ਜੇ ਆਪਾਂ ਗੱਲ ਕਰੀਏ ਤਾਂ ਸਿਧਾਂਤਕ ਦ੍ਰਿਸ਼ਟੀ ਤੋਂ ਇੰਗਲੈਂਡ ਵਿੱਚ ਨਿਰੰਕੁਸ਼ ਰਾਜਤੰਤਰ ਹੈ, ਦੇਖਣ 'ਚ ਸੀਮਤ ਰਾਜਤੰਤਰ ਹੈ, ਪਰ ਵਿਹਾਰਕ ਤੌਰ 'ਤੇ ਇੱਕ ਗਣਤੰਤਰ ਹੈ। ਕੱਲ੍ਹ ਪੜ੍ਹਿਆ ਸੀ ਨਾ ਆਪਾਂ। ਪਰਮ ਅਧਿਕਾਰਾਂ ਅਤੇ ਸੰਸਦੀ ਕਾਨੂੰਨਾਂ ਦੁਆਰਾ ਤਾਜ ਨੂੰ ਬਹੁਤ ਸਾਰੀਆਂ ਸ਼ਕਤੀਆਂ ਦਾ ਪ੍ਰਾਪਤ ਹੈ। ਜੇ ਪਰਮ ਅਧਿਕਾਰ ਦੀ ਗੱਲ ਕਰੀਏ, ਜਦੋਂ ਵੀ ਕਿਸੇ ਨਵੇਂ ਵਿਭਾਗ ਦੀ ਸਥਾਪਨਾ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਬਾਰੇ ਬਹੁਤ ਸਾਰੀਆਂ ਸ਼ਕਤੀਆਂ ਤਾਜ ਨੂੰ ਸੌਂਪੀਆਂ ਜਾਂਦੀਆਂ। ਅਤੇ ਕਿਹੜੀਆਂ ਕਿਹੜੀਆਂ ਨੇ ਇਹ, ਇੱਕ ਤਾਂ ਕਾਰਜਕਾਰੀ ਸ਼ਕਤੀਆਂ, ਇਹ ਸਿਰਫ ਨਾਮ ਦਾ ਹੀ ਚੱਲ ਰਿਹਾ। ਠੀਕ ਹੈ, ਤਾਂ ਕਾਰਜਕਾਰੀ ਸ਼ਕਤੀਆਂ ਕਿਹੜੀਆਂ, ਰਾਜੇ ਦੇ ਨਾਮ 'ਤੇ ਹੀ ਸਾਰਾ ਸ਼ਾਸਨ ਚੱਲਦਾ ਹੈ। ਸਾਰਾ ਜਿਹੜਾ ਪ੍ਰਧਾਨ ਚੀਫ ਐਗਜ਼ੀਕਿਊਟ ਹੈੱਡ ਹੈ ਜਿਹੜਾ ਉਹ ਰਾਜਾ ਹੈ। ਰਾਜਾ ਹੀ ਸਾਰਾ ਸ਼ਾਸਨ ਦਾ ਕੰਮ ਕਰਦਾ ਹੈ, ਮਤਲਬ ਕਿ ਉਸਦੇ ਨਾਮ 'ਤੇ ਹੀ ਕੀਤਾ ਜਾਂਦਾ ਹੈ। ਕਾਨੂੰਨ ਸਾਰੇ ਲਾਗੂ ਕਰਾਉਂਦਾ, ਪਾਲਣਾ ਕਰਾਉਂਦਾ ਹੈ। ਨਿਯੁਕਤੀਆਂ ਰਾਜੇ ਦੇ ਨਾਂ 'ਤੇ ਕੀਤੀਆਂ ਜਾਂਦੀਆਂ, ਨਾਮ 'ਤੇ। ਇੱਥੇ ਇਹ ਚੀਜ਼ ਯਾਦ ਰੱਖਿਓ, ਨਾਮ 'ਤੇ। ਰਾਜੇ ਦੇ ਨਾਂ 'ਤੇ ਸਾਰਾ ਕੁਝ ਕੀਤਾ ਜਾਂਦਾ।
ਕਿਸੇ ਨੂੰ ਪਦਵੀ ਤੇ ਹਟਾਉਣਾ ਸਰਕਾਰੀ ਕਰਮਚਾਰੀ ਤਾਂ ਉਹਦੇ ਸਾਈਨ ਜਿਹੜੇ ਹੈ ਰਾਜੇ ਦੇ ਚੱਲਦੇ ਨੇ। ਰਾਜਾ ਰਾਜ ਵਿੱਚ ਹਥਿਆਰਬੰਦ ਸੈਨਾਵਾਂ ਦਾ ਸਰਵਉੱਚ ਕਮਾਂਡਰ ਹੈ। ਸਥਾਨਕ ਸਰਕਾਰਾਂ ਤੇ ਨਿਗਰਾਨੀ ਦਾ ਕੰਮ ਵੀ ਕਰਦਾ ਹੈ। ਅੰਤਰਰਾਸ਼ਟਰੀ ਨੀਤੀਆਂ ਦਾ ਵੀ ਪ੍ਰਤੀਨਿਧ ਰਾਜਾ ਹੀ ਹੁੰਦਾ ਹੈ। ਵਿਦੇਸ਼ ਨੀਤੀ ਦਾ ਸੰਚਾਲਨ ਕਰਦਾ ਹੈ। ਰਾਜਦੂਤਾਂ ਦੇ ਜਿਹੜੇ ਰਾਜਦੂਤ ਜਿਹੜੇ ਅੰਬੈਸਡਰ ਹੁੰਦੇ ਨੇ, ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਨੇ, ਉਹਨਾਂ ਦੀ ਨਿਯੁਕਤੀ ਵੀ ਰਾਜਾ ਕਰਦਾ ਹੈ ਅਤੇ ਦੂਜੇ ਦੇਸ਼ਾਂ ਦੇ ਰਾਜਦੂਤਾਂ ਨੂੰ ਵੀ ਉਹੀ ਪ੍ਰਵਾਨ ਕਰਦਾ ਹੈ। ਯੁੱਧ ਦੀ ਸ਼ਾਂਤੀ ਦਾ ਐਲਾਨ ਵੀ ਉਹੀ ਕਰਦਾ ਹੈ। ਸਮਝੌਤੇ ਸੰਧੀਆਂ ਜਿਹੜੇ ਨੇ, ਸਮਝੌਤੇ ਰੱਦ ਕਰਨੇ ਨੇ ਜਾਂ ਸੰਧੀਆਂ ਕਰਨੀਆਂ ਨੇ ਤਦ ਵੀ ਰਾਜਾ ਕਰਦਾ ਹੈ। ਬਸਤੀਆਂ ਅਤੇ ਸਾਮਰਾਜ ਦੀ ਦੇਖ ਰੇਖ ਵੀ ਉਹ ਕਰਦਾ ਹੈ। ਵਿਧਾਨਕ ਸ਼ਕਤੀਆਂ ਵੀ ਹੈਗੀਆਂ ਉਹਦੇ ਕੋਲੇ। ਸੰਸਦ ਵਿੱਚ ਉਸਨੂੰ ਕੇਂਦਰਿਤ ਕੀਤਾ ਗਿਆ ਹੈ। ਦੋਹਾਂ ਸਦਨਾਂ ਦੀ ਸਹਾਇਤਾ ਦੇ ਨਾਲ ਕਾਨੂੰਨਾਂ ਦਾ ਨਿਰਮਾਣ ਰਾਜੇ ਤੋਂ ਹੀ ਪੁੱਛ ਕੇ ਕੀਤਾ ਜਾਂਦਾ ਹੈ। ਕਾਨੂੰਨ ਉਸਦੇ ਨਾਮ ਦੁਆਰਾ ਹੀ ਲਾਗੂ ਕੀਤੇ ਜਾਂਦੇ ਨੇ। ਕੋਈ ਵੀ ਸੰਸਦਾ ਦਾ ਸਮਾਗਮ, ਸੰਸਦ ਦਾ ਬੁਲਾਉਣਾ, ਸਮਾਗਮ ਦਾ ਸਮਾਂ ਵਧਾਉਣਾ ਕਿਸੇ ਵੀ ਮੀਟਿੰਗ ਦਾ, ਤਾਂ ਮੰਤਰੀ ਮੰਡਲ ਦੀ ਸਲਾਹ ਦੇ ਉੱਤੇ ਜਿਹੜਾ ਰਾਜਾ ਹੀ ਕਰਦਾ। ਨਵੀਂ ਸੰਸਦ ਦਾ ਉਦਘਾਟਨ ਰਾਜੇ ਦੇ ਭਾਸ਼ਣ ਦੁਆਰਾ ਹੁੰਦਾ। ਰਾਜੇ ਦੁਆਰਾ ਨਵੀਂ ਸੰਸਦ ਦਾ ਸਵਾਗਤ ਕੀਤਾ ਜਾਂਦਾ ਹੈ। ਵਿਦੇਸ਼ੀ ਨੀਤੀ ਵੀ ਜਿਹੜੀ ਹੈਗੀ ਹੈ ਤਿਆਰ ਕਰਦਾ ਹੈ। ਤਾਂ ਮਤਲਬ ਕੋਈ ਵੀ ਬਿੱਲ ਜਿਹੜਾ ਹੈ ਦੋਨਾਂ ਸਦਨਾਂ ਤੋਂ ਪਾਸ ਨਹੀਂ ਹੋ ਜਾਂਦਾ ਤਦ ਤੱਕ ਕਾਨੂੰਨ ਨਹੀਂ ਬਣਦਾ ਜਦ ਤੱਕ ਰਾਜਾ ਸਾਈਨ ਨਾ ਕਰਦੇ। ਮਤਲਬ ਸਾਰੇ ਕਿਤੇ ਸਾਈਨ ਜਿਵੇਂ ਆਪਣੇ ਪ੍ਰੈਜ਼ੀਡੈਂਟ ਦੇ ਚੱਲਦੇ ਨੇ, ਇੱਥੇ ਰਾਜੇ ਦੇ ਚੱਲਦੇ ਨੇ। ਪਰ ਪਿਛਲੇ ਕਈ ਸਾਲਾਂ ਤੋਂ ਰਾਜੇ ਨੇ ਇਸ ਅਧਿਕਾਰ ਦੀ ਵਰਤੋਂ ਨਹੀਂ ਕੀਤੀ। ਤਾਂ ਇਹ ਜਿਹੜਾ ਹੈ ਮਤਲਬ ਹੁਣ ਐਸਾ ਕੁਝ ਨਹੀਂ ਹੈ। ਪਹਿਲਾਂ ਜਿਹੜਾ ਹੈ, ਪਹਿਲਾਂ ਰਾਜੇ ਦਾ ਤੰਤਰ ਹੁੰਦਾ ਸੀ, ਪੂਰੀਆਂ ਸ਼ਕਤੀਆਂ ਅਸੀਮ ਸੀ। ਉਸ ਤੋਂ ਬਾਅਦ 'ਚ ਜਿਹੜਾ ਹੈ ਸਾਈਨ ਵਗੈਰਾ ਸਾਰਾ ਕੁਝ ਇਹੀ ਕਰਦਾ ਸੀ, ਕਰਤਾ ਧਰਤਾ ਇਹ ਸੀ। ਪਰ ਹੁਣ ਜਿਹੜਾ ਹੈ ਸੰਸਦੀ ਸਰਕਾਰ ਇਹ ਕੁਝ ਦੇਖਦੀ ਹੈ, ਨਾਮ ਤੇ ਜਿਹੜਾ ਹੈ ਉਸੇ ਦੇ ਕੀਤਾ ਜਾਂਦਾ ਹੈ। ਇਹ ਆਦੇਸ਼ ਰਾਜਾ ਆਪਣੇ ਕਰਮਚਾਰੀ ਜਾਂ ਦੂਜੇ ਅਧਿਕਾਰਾਂ ਅਧੀਨ ਕਰਦਾ ਹੈ। ਉਸ ਤੋਂ ਬਾਅਦ ਹੈ ਕਿ ਲਾਰਡ ਸਦਨ ਦੇ ਮੈਂਬਰ ਵੀ ਰਾਜੇ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ ਅਤੇ ਰਾਜਾ ਇਸ ਸਦਨ ਵਿੱਚ ਭਾਵੇਂ ਜਿੰਨੇ ਮਰਜ਼ੀ ਚਾਹੇ ਮੈਂਬਰ ਨਿਯੁਕਤ ਕਰ ਸਕਦਾ ਹੈ, ਗਿਣਤੀ ਨਿਸ਼ਚਿਤ ਨਹੀਂ ਹੈ। ਜੁਡੀਸ਼ੀਅਲ ਪਾਵਰਸ ਵੀ ਹੈਗੀਆਂ ਨੇ। ਸਾਰਾ ਕੰਮ ਰਾਜੇ ਦੇ ਨਾਂ ਤੇ ਹੁੰਦਾ ਹੈ। ਰਾਜੇ ਜੱਜਾਂ ਨੂੰ ਵੀ ਰਾਜੇ ਦੇ ਜੱਜ ਹੀ ਕਿਹਾ ਜਾਂਦਾ ਹੈ। ਨਿਯੁਕਤੀ ਵੀ ਰਾਜਾ ਕਰਦਾ ਹੈ, ਉਹਨਾਂ ਨੂੰ ਹਟਾ ਨਹੀਂ ਸਕਦਾ ਜੱਜਾਂ ਨੂੰ ਪਦਵੀ ਤੋਂ, ਅਤੇ ਪਦਵੀ ਦੀ ਸੁਤੰਤਰਤਾ ਜਿਹੜੀ ਹੈਗੀ ਜੱਜਾਂ ਨੂੰ ਪ੍ਰਾਪਤ ਹੈ। ਬਸਤੀਆਂ ਦੀਆਂ ਸਰਵਉੱਚ ਅਦਾਲਤਾਂ ਦੇ ਨਿਰਣਿਆਂ ਵਿਰੁੱਧ ਅਪੀਲ ਸੁਣਨ ਦਾ ਵੀ ਜਿਹੜਾ ਹੈ ਅਧਿਕਾਰ ਰਾਜੇ ਕੋਲ ਹੈ। ਕਿਸੇ ਨੂੰ ਵੀ ਖਿਮਾ ਕਰ ਸਕਦਾ ਹੈ, ਸਜ਼ਾ ਦੇਣ 'ਚ ਕਮੀ ਕਰ ਸਕਦਾ ਹੈ ਜਾਂ ਸਥਗਿਤ ਕਰ ਸਕਦਾ ਹੈ। ਧਾਰਮਿਕ ਸ਼ਕਤੀਆਂ ਵੀ ਨੇ ਕਿ ਚਰਚ ਦਾ ਪ੍ਰਧਾਨ ਰਾਜਾ ਹੈ ਅਤੇ ਪਾਦਰੀ, ਬਿਸ਼ਪ, ਛੋਟੇ ਪਾਦਰੀਆਂ ਦੀ ਨਿਯੁਕਤੀ ਕਰਦਾ ਹੈ। ਧਰਮ ਸੰਬੰਧੀ ਜੋ ਵੀ ਨਿਯਮ ਬਣਦੇ ਨੇ ਉਹ ਰਾਜਾ ਹੀ ਪ੍ਰਵਾਨਗੀ ਦਿੰਦਾ ਹੈ। ਅੰਤਿਮ ਅਪੀਲ ਅਗਰ ਕੋਈ ਧਾਰਮਿਕ ਸੰਬੰਧੀ ਹੈਗੀ ਹੈ ਤਾਂ ਉਹ ਵੀ ਰਾਜਾ ਹੀ ਸੁਣਦਾ ਹੈ। ਮਤਲਬ ਰਾਜੇ ਕੋਲੇ ਸ਼ਕਤੀ ਅੰਤਮ ਆ ਅਨੁਸ਼ਾਸਨ ਦੇ ਰੂਪ ਦੇ ਵਿੱਚ। ਹੋਰ ਸ਼ਕਤੀਆਂ ਕੀ ਨੇ? ਫਾਊਂਟੇਨ ਆਫ ਆਨਰ ਹੈ। ਕੋਈ ਵੀ ਉਪਾਧੀ ਦੇਣ ਵਾਲਾ ਕੰਮ ਹੈ ਰਾਜਾ ਕਰਦਾ ਜਾਂ ਰਾਣੀ ਕਰਦੀ ਹੈ, ਠੀਕ ਹੈ। ਉੱਥੋਂ ਦੇ ਰਾਜਾ ਚਾਹੇ ਲਾਰਡ ਜਾਂ ਫਿਰ ਪੀਅਰ ਬਣਾ ਸਕਦਾ ਹੈ। ਰਾਜਾ ਸਨਮਾਨ ਤਗਮੇ ਜਿਹੜਾ ਹੈ ਉਹਦੇ ਅਧਿਕਾਰ ਦੀ ਵਰਤੋਂ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਹੀ ਕਰਦਾ ਹੈ। ਤਾਂ ਕਰਦਾ ਨਾਮ ਮਤਲਬ ਰਾਜੇ ਦਾ ਨਾਮ ਚੱਲਦਾ ਹੈ, ਲੇਕਿਨ ਕਰਤਾ ਧਰਤਾ ਪ੍ਰਧਾਨ ਮੰਤਰੀ ਹੁੰਦਾ ਹੈ। ਸਾਰਾ ਕੁਝ ਰਾਜੇ ਦੇ ਨਾਮ ਤੇ ਚੱਲਦਾ ਹੈ। ਪ੍ਰਧਾਨ ਮੰਤਰੀ ਦੁਆਰਾ ਤਿਆਰ ਕੀਤੀ ਹੀ ਸੂਚੀ ਦੇ ਨਾਲ ਹੀ ਜਿਹੜਾ ਹੈ ਰਾਜਾ ਸਨਮਾਨ ਪ੍ਰਾਪਤ ਕਰਦਾ ਹੈ। ਉਪਰੋਕਤ ਸਾਰੀਆਂ ਸ਼ਕਤੀਆਂ ਭਾਵੇਂ ਰਾਜੇ ਕੋਲ ਨੇ, ਪਰ ਰਾਜਾ ਇਹਨਾਂ ਸ਼ਕਤੀਆਂ ਦਾ ਅਸਲੀ ਕੰਮ ਜਿਹੜਾ ਹੈ ਤਾਜ ਹੈ, ਠੀਕ ਹੈ। ਤਾਜ ਨਾਮੀ ਸੰਸਥਾ ਕਰਦੀ ਹੈ। ਤਾਜ ਨਾਮੀ ਸੰਸਥਾ ਮਤਲਬ ਜਿਹੜਾ ਉਹਦੇ ਸਿਰ ਤੇ ਤਾਜ ਹੈ। ਰਾਜਾ ਵੀ ਤਾਜ ਨਾਮੀ ਸੰਸਥਾ ਦਾ ਇੱਕ ਭਾਗ ਹੈ। ਸਾਰੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਨਹੀਂ ਕਰਦਾ। ਸਿਰਫ ਜਿਹਦੇ ਸਿਰ ਤੇ ਉਹ ਤਾਜ ਆ ਗਿਆ ਉਹੀ ਉਹ ਕੰਮ ਕਰਦਾ ਹੈ। ਰਾਜੇ ਦੀ ਸਥਿਤੀ ਜਿਹੜੀ ਹੈ, ਪਹਿਲਾਂ ਤਾਂ ਰਾਜਾ ਜਿਹੜਾ ਸੀ ਇੰਗਲੈਂਡ 'ਚ ਆਪ ਹੁਦਰਾ ਨਿਰੰਕੁਸ਼ ਉਹਦੀ ਸਥਿਤੀ ਸੀਗੀ। ਜੋ ਮਰਜ਼ੀ ਕਰ ਸਕਦਾ ਸੀ, ਜੋ ਮਰਜ਼ੀ ਕਾਨੂੰਨ ਬਣਾ ਸਕਦਾ ਸੀ, ਤੋੜ ਸਕਦਾ ਸੀ, ਦੰਡ ਦੇ ਸਕਦਾ ਸੀ, ਸਨਮਾਨ ਦੇ ਸਕਦਾ ਸੀ। ਉਸਦੀਆਂ ਸ਼ਕਤੀਆਂ ਤੇ ਰੋਕ ਨਹੀਂ ਸੀ। ਪਰ ਟਾਈਮ ਟੂ ਟਾਈਮ ਇਸ 'ਚ ਤਬਦੀਲੀ ਆਈ ਤੇ ਹੌਲੀ ਹੌਲੀ ਇਹ ਸਥਿਤੀ ਜਿਹੜੀ ਹੈ ਕਿ ਰਾਜਾ ਹੁਣ ਆਪਣੀ ਮਨਮਰਜ਼ੀ ਨਾਲ ਕੰਮ ਨਹੀਂ ਕਰ ਸਕਦਾ। ਆਪਣੀ ਮਨਮਰਜ਼ੀ ਬਿਲਕੁਲ ਨਹੀਂ ਕਰ ਸਕਦਾ। ਮੰਤਰੀ ਮੰਡਲ, ਸੰਸਦ, ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਹੈ ਮਿਲ ਕੇ ਉਹ ਸਲਾਹ ਮਸ਼ਵਰੇ ਤੇ ਹੀ ਕੋਈ ਕੰਮ ਕਰਦਾ ਹੈ। ਸਾਈਨ ਉਹਦੇ ਚੱਲਦੇ ਨੇ, ਠੀਕ ਹੈ। ਅਤੇ ਉਹ ਨੋਮੀਨਲ ਹੈਡ ਹੈ। ਕਈ ਵਿਚਾਰਕ ਤਾਂ ਇਸ ਦੀ ਤੁਲਨਾ ਰਬੜ ਦੀ ਮੋਹਰ ਦੇ ਨਾਲ ਕਰਦੇ हैं ਕਿ ਸਿਰਫ ਉਹ ਇੱਕ ਰਬੜ ਦੀ ਮੋਹਰ ਹੈ। ਪਰੰਤੂ ਇਸ ਦੇ ਬਾਅਦ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਬਿਲਕੁਲ ਮਹੱਤਵਹੀਨ ਉਹਦੀ ਸਥਿਤੀ ਹੈ, ਅਨਇੰਪੋਰਟੈਂਟ ਪਰਸਨ ਹੈ। ਨਹੀਂ, ਬਹੁਤ ਸਾਰੀਆਂ ਸ਼ਕਤੀਆਂ ਉਹੀ ਯੂਜ਼ ਕਰਦਾ ਹੈ, ਠੀਕ ਹੈ। ਉਸਦੇ ਕੋਲੇ ਬਹੁਤ ਸਾਰੇ ਅਧਿਕਾਰ ਨੇ। ਸਲਾਹ ਦੇਣ ਦਾ ਅਧਿਕਾਰ ਹੈ ਉਹਦੇ ਕੋਲੇ, ਚੇਤਾਵਨੀ ਦੇਣ ਦਾ ਅਧਿਕਾਰ ਹੈ, ਉਤਸ਼ਾਹ ਦੇਣ ਦਾ ਅਧਿਕਾਰ ਉਸ ਕੋਲੇ ਹੈ। ਪਰ ਇਹ ਜਿਹੜਾ ਹੈ ਰਾਜੇ ਦੀ ਆਪਣੀ ਸ਼ਖਸੀਅਤ ਤੇ ਵੀ ਨਿਰਭਰ ਕਰਦਾ ਹੈ। ਉਸਦੀ ਆਪਣੀ ਪਸੰਦ ਨਾਪਸੰਦ ਦਾ ਵੀ ਜਿਹੜਾ ਹੈ ਪ੍ਰਭਾਵ ਪ੍ਰਸ਼ਾਸਨ ਦੇ ਉੱਤੇ ਪੈਂਦਾ ਹੈ। ਸੋ ਰਾਜਤੰਤਰ ਨੂੰ ਬਣਾਈ ਰੱਖਣ ਲਈ ਬਰਤਾਨੀਆ ਦੇ ਵਿੱਚ ਜਿਹੜਾ ਹੈ ਕਿਹੜੇ ਕਾਰਨ ਜ਼ਿੰਮੇਵਾਰ ਨੇ? ਹੁਣ ਦੇਖੋ, ਰਾਜਤੰਤਰ ਅਤੇ ਲੋਕਤੰਤਰ ਦੋਨੋਂ ਉੱਤੇ ਚੱਲ ਰਹੇ ਨੇ ਇੰਗਲੈਂਡ 'ਚ। ਦੋਨਾਂ ਦਾ ਆਪਸ 'ਚ ਕੋਈ ਮੇਲ ਨਹੀਂ, ਪਰ ਦੋਨੋਂ ਚੀਜ਼ਾਂ ਜਿਹੜੀਆਂ ਨੇ ਇੰਗਲੈਂਡ 'ਚ ਚੱਲਦੀਆਂ ਨੇ। ਲੋਕਤੰਤਰ ਵੀ ਚੱਲ ਰਿਹਾ ਅਤੇ ਰਾਜ ਦਾ ਤੰਤਰ ਵੀ ਚੱਲ ਰਿਹਾ। ਰਾਜਾ ਕੇਵਲ ਨਾਮਾਤਰ ਦਾ ਮੁਖੀ ਹੈ। ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਮੰਡਲ ਦੇ ਸਲਾਹ ਅਨੁਸਾਰ ਕਰਦਾ ਹੈ, ਪਰ
ਇਹ ਵੀ ਕਿਹਾ ਜਾਂਦਾ ਕਿ ਜਦੋਂ ਤੱਕ ਰਾਜਤੰਤਰ ਅਤੇ ਲੋਕਤੰਤਰ ਵਿੱਚ ਕੋਈ ਮੇਲ ਨਹੀਂ ਹੈ ਤਾਂ ਰਾਜੇ ਨੂੰ ਕੋਈ ਅਸਲੀ ਸ਼ਕਤੀ ਪ੍ਰਾਪਤ ਨਹੀਂ ਹੈ, ਤਾਂ ਇਸ ਰਾਜਤੰਤਰ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ? ਜੋ ਰਾਜਾ ਦਾ ਵਿਚਾਰਾ ਨਾਮ ਮਾਤਰ ਦਾ ਰਬੜ ਸਟੈਂਪ ਹੈ, ਠੀਕ ਹੈ, ਉਸਦੇ ਕੋਲੇ ਕੋਈ ਸ਼ਕਤੀ ਵੀ ਨਹੀਂ ਪ੍ਰਾਪਤ, ਤਾਂ ਰਾਜਤੰਤਰ ਖਤਮ ਹੀ ਕਿਉਂ ਨਹੀਂ ਕਰ ਦਿੰਦੇ? ਰਾਜਾ ਰਾਣੀ ਨੂੰ ਹਟਾ ਹੀ ਕਿਉਂ ਨਹੀਂ ਦਿੰਦੇ? ਕਿਉਂ ਚਲਾ ਰਹੇ ਉਹਨਾਂ ਦਾ ਸ਼ਾਸਨ, ਜਦੋਂ ਉਹਨਾਂ ਤੋਂ ਪੁੱਛਣਾ ਗਿੱਛਣਾ ਹੀ ਨਹੀਂ ਹੁੰਦਾ? ਜਸਟ ਉਹਨਾਂ ਦੇ ਸਿਰਫ ਸਾਈਨ ਹੀ ਚੱਲਦੇ ਨੇ, ਸਿਰਫ ਉਹ ਹਾਮੀ ਭਰਨੀ ਹੁੰਦੀ ਉਹਨਾਂ ਨੇ, ਠੀਕ ਹੈ, ਜਿਵੇਂ ਆਪਣੇ ਰਾਸ਼ਟਰਪਤੀ ਹੈ। ਇਹ ਦੇਖਿਆ ਗਿਆ ਕਿ ਫਰਾਂਸ, ਜਰਮਨੀ, ਰੂਸ ਆਦਿ ਵੀ ਤਾਂ ਨਿਰੰਕੁਸ਼ ਰਾਜਤੰਤਰ ਸੀਗੇ ਪਹਿਲਾਂ ਉੱਥੇ, ਤੇ ਇਹਨਾਂ ਦੀ ਹੋਂਦ ਤਾਂ ਕਦੋਂ ਦੀ ਮਿਟ ਚੁੱਕੀ ਹੈ। ਪਹਿਲਾਂ ਫਰਾਂਸ 'ਚ ਵੀ ਰਾਜੇ ਹੁੰਦੇ ਸੀ, ਜਰਮਨੀ 'ਚ ਵੀ ਹੁੰਦੇ ਸੀ, ਰੂਸ 'ਚ ਵੀ ਹੁੰਦੇ ਸੀ ਰਾਜੇ, ਤਾਂ ਸੰਵਿਧਾਨ ਦੇ ਵਿੱਚ ਇਹ ਸਭ ਕੁਝ ਖਤਮ ਕਰਤਾ, ਪਰ ਸਿਰਫ ਇੰਗਲੈਂਡ 'ਚ ਹੀ ਐਸਾ ਕਿਉਂ ਰਹਿ ਗਿਆ? ਰਾਜੇ ਕਿਉਂ ਰਹਿ ਗਏ ਨੇ, ਰਾਜਤੰਤਰ ਕਿਉਂ ਰਹਿ ਗਿਆ? ਠੀਕ ਹੈ, ਤਾਂ ਕਿਉਂਕਿ ਇੱਥੇ ਖਤਮ ਕਰਨ ਲਈ ਯਤਨ ਵੀ ਨਹੀਂ ਕੀਤੇ ਜਾ ਰਹੇ, ਅਤੇ ਹਜੇ ਵੀ ਜਿਹੜੀਆਂ ਦੋਨੋਂ ਚੀਜ਼ਾਂ ਸਹੀ ਚੱਲ ਰਹੀਆਂ, ਰਾਜਤੰਤਰ ਪਲੱਸ ਲੋਕਤੰਤਰ, ਠੀਕ ਹੈ। ਭਾਵੇਂ ਸਾਰੇ ਸੰਸਾਰ ਦੇ ਵਿੱਚ ਰਾਜਤੰਤਰ ਅਲੋਪ ਹੋ ਜੇ, ਪਰ ਇੰਗਲੈਂਡ 'ਚ ਕਦੇ ਖਤਮ ਨਹੀਂ ਹੋ ਸਕਦਾ। ਸੋ ਇਹ ਇੰਗਲੈਂਡ ਦੇ ਲੋਕ ਕਹਿੰਦੇ ਨੇ। ਸੋ ਰਾਜਤੰਤਰ ਦੀ ਉਚਿਤਤਾ ਦਾ ਵਿਸਥਾਰ ਜਿਹੜਾ ਹੈ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਬਰਤਾਨਵੀ ਲੋਕਾਂ ਦਾ ਰੂੜੀਵਾਦੀ ਸੁਭਾਅ। ਇਹ ਰੂੜੀਵਾਦੀ ਟ੍ਰੈਡੀਸ਼ਨਲ ਲੋਕ ਨੇ, ਕੰਜ਼ਰਵੇਟਿਵ ਪੀਪਲ ਨੇ। ਰਾਜਤੰਤਰ ਦੀ ਹਰਮਨ ਪਿਆਰਤਾ ਦਾ ਸਭ ਤੋਂ ਪਹਿਲਾ ਕਾਰਨ ਹੈ ਉੱਥੋਂ ਦੇ ਲੋਕਾਂ ਦਾ ਰੂੜੀਵਾਦੀ ਸੁਭਾਅ। ਬਰਤਾਨਵੀ ਲੋਕ ਆਪਣੇ ਪੁਰਾਣੇ ਰੀਤੀ ਰਿਵਾਜਾਂ 'ਤੇ ਚੱਲਦੇ ਨੇ, ਸਟੀਰੀਓਟਾਈਪ ਨੇ, ਅਤੇ ਉਹ ਰਾਜਿਆਂ ਦੇ ਮੰਨਦੇ ਆ ਰਹੇ ਨੇ, ਰਾਜਿਆਂ ਨੂੰ ਆਪਣਾ ਰੱਬ ਮੰਨਦੇ ਨੇ। ਰਾਜਤੰਤਰ ਇੰਗਲੈਂਡ ਦੀ ਸਭ ਤੋਂ ਮਹੱਤਵਪੂਰਨ ਪੁਰਾਣੀ ਸੰਸਥਾ ਹੈਗੀ ਹੈ। ਕ੍ਰਾਮਵੈਲ ਨੇ ਕੁਝ ਟਾਈਮ ਲਈ ਰਾਜਤੰਤਰ ਨੂੰ ਭੰਗ ਕਰਕੇ ਗਣਤੰਤਰ ਦੀ ਸਥਾਪਨਾ ਤਾਂ ਕਰਤੀ ਸੀ, ਠੀਕ ਹੈ, ਪਰ ਸਫਲ ਨਾ ਹੋ ਸਕਿਆ। ਤਾਂ ਫਿਰ ਜਦੋਂ ਇੰਗਲੈਂਡ ਦੇ ਵਿੱਚ ਰਾਜੇ ਦੇ ਵਿਰੁੱਧ 1688 ਦੇ ਵਿੱਚ ਕ੍ਰਾਂਤੀ ਹੋਈ ਹੈ, ਤਾਂ ਜੇਮਸ ਦੂਜਾ ਗੱਦੀ ਛੱਡ ਕੇ ਨੱਠ ਗਿਆ। ਤਾਂ ਉੱਥੋਂ ਦੇ ਲੋਕਾਂ ਨੇ ਰਾਜਤੰਤਰ ਖਤਮ ਨਹੀਂ ਕੀਤਾ। ਪਹਿਲਾਂ ਇਹ ਸਥਾਪਨਾ ਕਰ ਦਿੱਤੀ ਗਈ ਸੀ ਵੀ ਹਾਂਜੀ ਇਹ ਅਸੀਂ ਕਰ ਦਾਂਗੇ, ਪਰ ਬਾਅਦ ਦੇ ਵਿੱਚ ਜਦੋਂ 1688 ਦੀ ਸ਼ਾਨਦਾਰ ਕ੍ਰਾਂਤੀ ਹੋਈ ਹੈ, ਤਾਂ ਰਾਜਾ ਆਪਣੀ ਸੀਟ ਛੱਡ ਕੇ ਚਲਾ ਗਿਆ, ਤਾਂ ਲੋਕਾਂ ਨੇ ਜਿਹੜਾ ਹੈ ਰਾਜਤੰਤਰ ਉਵੇਂ ਹੀ ਕਾਇਮ ਕੀਤਾ ਹੋਇਆ। ਇੰਗਲੈਂਡ ਵਿੱਚ ਹੋਰ ਵੀ ਸੰਸਥਾਵਾਂ ਨੇ, ਰੀਤੀ ਰਿਵਾਜ ਨੇ, ਜਿਹੜੇ ਪੁਰਾਣੇ ਚੱਲੇ ਆ ਰਹੇ ਨੇ, ਤੇ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਇੰਗਲੈਂਡ ਦੇ ਲੋਕ ਪਛੜੇ ਹੋਏ ਨੇ। ਉੱਥੇ ਪੁਰਾਣੀਆਂ ਸੰਸਥਾਵਾਂ ਨੂੰ ਖਤਮ ਨਹੀਂ ਕੀਤਾ ਗਿਆ, ਉਹਨਾਂ ਨੇ ਲੋੜ ਅਨੁਸਾਰ ਢਾਲ ਰਿਹਾ, ਪਰ ਬਿਲਕੁਲ ਵੀ ਚੀਜ਼ਾਂ ਖਤਮ ਨਹੀਂ ਕੀਤੀਆਂ ਵੀ ਟੋਟਲੀ ਜੜ ਤੋਂ ਪੁੱਟਦੀਆਂ। ਰਾਜਤੰਤਰ ਸੰਸਦੀ ਸਰਕਾਰ ਲਈ ਬਹੁਤ ਲਾਭਦਾਇਕ ਹੈ। ਰਾਜਤੰਤਰ ਨੂੰ ਸੰਸਦੀ ਸਰਕਾਰ ਲਈ ਬਹੁਤ ਢੁਕਵਾਂ ਅਤੇ ਲਾਹੇਵੰਦ ਮੰਨਿਆ ਗਿਆ ਹੈ। ਸੰਸਦੀ ਪ੍ਰਣਾਲੀ ਵਿੱਚ ਸੰਵਿਧਾਨਕ ਜਾਂ ਨਾਮਮਾਤਰ ਦਾ ਮੁਖੀ ਦੇਸ਼ ਦੀਆਂ ਸਾਰੀਆਂ ਕਾਰਜਕਾਰੀ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ, ਚਾਹੇ ਉਹ ਇਹਨਾਂ ਸ਼ਕਤੀਆਂ ਦੀ ਵਰਤੋਂ ਮੰਤਰੀਆਂ ਦੀ, ਪ੍ਰਧਾਨ ਮੰਤਰੀ ਦੀ ਸਲਾਹ ਨਾ ਕਰੇ। ਇੰਗਲੈਂਡ 'ਚ ਇਹੀ ਸ਼ਾਸਨ ਪ੍ਰਣਾਲੀ ਹੈ, ਰਾਜਤੰਤਰ ਪਲੱਸ ਲੋਕਤੰਤਰ। ਰਾਜਾ ਆਪਣੀ ਸ਼ਕਤੀਆਂ ਦੀ ਵਰਤੋਂ ਮਨਮਰਜ਼ੀ ਨਾਲ ਨਹੀਂ ਕਰ ਸਕਦਾ, ਮੰਤਰੀ ਮੰਡਲ ਦੀ ਸਲਾਹ ਦੇ ਅਨੁਸਾਰ ਕਰਦਾ ਹੈ, ਨਾ ਹੀ ਉਹਨਾਂ ਤੋਂ ਬਿਨਾਂ ਕੁਝ ਕਰ ਸਕਦਾ ਹੈ। ਇਸ ਤਰ੍ਹਾਂ ਜੇ ਅਗਰ ਰਾਜਤੰਤਰ ਦੀ ਥਾਂ 'ਤੇ ਉੱਥੇ ਗਣਤੰਤਰ ਕਾਇਮ ਕੀਤਾ ਜਾਂਦਾ, ਤਾਂ ਰਾਸ਼ਟਰਪਤੀ ਵੀ ਉੱਥੇ ਬਣਾਉਣਾ ਪੈਂਦਾ। ਹੁਣ ਉੱਥੇ ਕੀ ਹੈ, ਰਾਸ਼ਟਰਪਤੀ ਦਾ ਕੰਮ ਕੌਣ ਕਰ ਰਿਹਾ ਹੈ? ਰਾਜਾ ਕਰ ਰਿਹਾ, ਜਿਹਦੇ ਸਿਰ 'ਤੇ ਤਾਜ ਹੈ, ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਰਾਜਾ ਸਾਰੇ ਦਲਾਂ ਲਈ ਨਿਰਪੱਖ ਹੋ ਕੇ, ਜੱਦੀ ਹੋ ਕੇ ਲਾਹੇਵੰਦ ਹੋ ਸਕਦਾ ਸੀ। ਤਾਂ ਚੁਣਿਆ ਹੋਇਆ ਰਾਸ਼ਟਰਪਤੀ ਕਦੇ ਵੀ ਦਲ ਦੀ ਰਾਜਨੀਤੀ ਤੋਂ ਉੱਤੇ ਨਾ ਹੁੰਦਾ। ਜੋ ਰਾਜਾ ਕਰ ਸਕਦਾ ਉਹ ਰਾਸ਼ਟਰਪਤੀ ਉੱਥੇ ਨਾ ਕਰ ਸਕਦਾ, ਠੀਕ ਹੈ। ਰਾਜਾ ਸ਼ਾਸਨ ਸਰਵਉੱਤਮ ਸਲਾਹਕਾਰ ਹੈ। ਹੁਣ ਕਹਿੰਦੇ ਰਾਜਾ ਸ਼ਾਸਨ ਦਾ ਮਿੱਤਰ ਹੈ, ਸਲਾਹਕਾਰ ਹੈ, ਆਲੋਚਕ ਹੈ। ਰਾਜੇ ਦੇ ਅਸਲੀ ਅਧਿਕਾਰ ਸਲਾਹ ਦੇਣਾ, ਚੇਤਾਵਨੀ ਦੇਣਾ, ਉਤਸ਼ਾਹ ਦੇਣਾ ਹੈ। ਸ਼ਾਸਨ ਦੇ ਸਾਰੇ ਮਹੱਤਵਪੂਰਨ ਫੈਸਲੇ ਜਿਹੜੇ ਨੇ ਰਾਜੇ ਦੀ ਸਲਾਹ ਉਹਨਾਂ ਦੇ ਵਿੱਚ ਲਈ ਜਾਂਦੀ ਹੈ, ਅਤੇ ਪ੍ਰਧਾਨ ਮੰਤਰੀ ਰਾਜੇ ਦੇ ਸਾਹਮਣੇ ਸਾਰੀਆਂ ਜਿਹੜੀਆਂ ਸਲਾਹਾਂ ਨੇ ਉਹ ਪੇਸ਼ ਕਰਦਾ ਹੈ, ਅਤੇ ਜਿਹੜਾ ਹੈ ਅਗਰ ਕੋਈ ਵੀ ਮਾਮਲਾ ਬਦਲਣਾ ਹੁੰਦਾ ਤਾਂ ਜ਼ਰੂਰ ਜਿਹੜਾ ਹੈ ਰਾਜੇ ਦੀ ਸਲਾਹ ਲਈ ਜਾਂਦੀ ਹੈ। ਤਾਂ ਰਾਜਾ ਜਿਹੜਾ ਹੈ ਸਲਾਹ, ਸੂਚਨਾ, ਸਭ ਕੁਝ ਦੀ ਮੰਗ ਕਰ ਸਕਦਾ। ਕਿਸੇ ਵੀ ਜੇ ਰਿਕਾਰਡ ਕੋਈ ਆਇਆ, ਕੋਈ ਪੱਤਰ ਆਇਆ, ਤਾਂ ਉਸਦੀ ਨਕਲ ਦੀ ਮੰਗ ਕਰ ਸਕਦਾ ਹੈ, ਸੂਚਨਾ ਦੀ ਮੰਗ ਕਰ ਸਕਦਾ ਹੈ। ਅਤੇ ਰਾਜੇ ਦਾ ਤਜਰਬਾ ਦੇਖੋ ਖਾਨਦਾਨੀ ਲੋਕ ਹੁੰਦੇ ਨੇ, ਠੀਕ ਹੈ, ਰਾਜੇ। ਤਾਂ ਰਾਜੇ ਜਿਹੜੇ ਹੈਗੇ ਨੇ ਉਹਨਾਂ ਦਾ ਤਜਰਬਾ ਵੀ ਮੰਤਰੀਆਂ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਮੰਤਰੀ ਆਉਂਦੇ ਨੇ, ਚਲੇ ਜਾਂਦੇ ਨੇ, ਪਰ ਰਾਜਾ ਜਿਹੜਾ ਹੈ ਸਟਿਲ ਉੱਥੇ ਹੀ ਰਹਿੰਦਾ ਹੈ। ਉਮਰ ਭਰ ਜਦੋਂ ਤੱਕ ਉਹਦੀ ਡੈਥ ਨਹੀਂ ਹੁੰਦੀ, ਉੱਥੇ ਹੀ ਕਾਇਮ ਰਹਿੰਦਾ ਹੈ। ਰਾਜਾ ਏਕਤਾ ਦਾ ਪ੍ਰਤੀਕ ਹੈ। ਕਿਉਂਕਿ ਇੰਗਲੈਂਡ ਵਿੱਚ ਰਾਜਾ ਦਾ ਤੰਤਰ ਸੀ, ਤਾਂ ਸਾਰੇ ਜਣੇ ਜਿਹੜੇ ਹੈਗੇ ਉਸ ਨੂੰ ਰੱਬ ਵਾਂਗੂ ਪੂਜਦੇ ਹੈ। ਤਾਂ ਇੱਕ ਐਸੀ ਕੜੀ ਹੈ ਜਿਹੜੀ ਸਾਮਰਾਜ ਵਿੱਚ ਏਕਤਾ ਬਣਾ ਕੇ ਰੱਖਦੀ ਹੈ। ਜੇਕਰ ਇੰਗਲੈਂਡ ਵਿੱਚ ਚੁਣੇ ਹੋਏ ਰਾਸ਼ਟਰਪਤੀ ਦੀ ਵਿਵਸਥਾ ਕਰ ਦਿੱਤੀ ਜਾਵੇ, ਤਾਂ ਰਾਸ਼ਟਰਮੰਡਲ ਦੀ ਹੋਂਦ ਖਤਮ ਹੋ ਜਾਏਗੀ। ਤਾਂ ਇਹ ਇੱਕ ਮਹੱਤਵਪੂਰਨ ਜਾਦੂ ਭਰੀ ਕੜੀ ਦਾ ਕੰਮ ਕਰਦਾ ਹੈ, ਠੀਕ ਹੈ। ਰਾਸ਼ਟਰਪਤੀ ਲਈ ਲੋਕ ਇੰਨੀ ਸ਼ਰਧਾ ਨਹੀਂ ਰੱਖਣਗੇ ਜਿੰਨੀ ਰਾਜੇ ਲਈ ਰੱਖਣਗੇ। ਰਾਜਾ ਸਮਾਜਿਕ ਢਾਂਚੇ ਦਾ ਵੀ ਇੱਕ ਮਹੱਤਵਪੂਰਨ ਜਿਹੜਾ ਹੈਗਾ ਅੰਗ ਹੈ। ਸਮਾਜ ਵਿੱਚ ਰਾਜੇ ਦੇ ਨਾਲ ਨਾਲ ਰਾਜ ਘਰਾਣਾ ਵੀ ਮਹੱਤਵਪੂਰਨ ਰੱਖਦਾ। ਰਾਜੇ ਰਾਣੀਆਂ ਦੇ ਨਾਲ ਲੋਕ ਜੁੜੇ ਹੋਏ ਨੇ, ਤਾਂ ਇੱਕ ਢਾਂਚਾ ਹੈ। ਕਾਫੀ ਪ੍ਰੇਰਨਾ ਜਿਹੜੀ ਹੈ ਪਰਿਵਾਰ ਤੋਂ, ਰਾਜੇ ਦੇ ਪਰਿਵਾਰ ਤੋਂ ਲੋਕ ਰਹਿੰਦੇ ਨੇ।
ਕਲਾ, ਸਾਹਿਤ, ਨੈਤਿਕਤਾ, ਤੌਰ ਤਰੀਕਿਆਂ ਵਿੱਚ ਵੀ ਰਾਜੇ ਦਾ ਪਰਿਵਾਰ ਜਿਹੜਾ ਹੈ ਮਿਸਾਲ ਕਾਇਮ ਕਰਦਾ ਹੈ। ਠੀਕ ਹੈ। ਸੋ 1939 ਵਿੱਚ ਰਾਜਕੁਮਾਰੀ ਮਾਰਗਰੇਟ ਅਤੇ ਰਾਜਕੁਮਾਰੀ ਰੋਜ਼ ਨੇ ਸ਼ਾਮ ਨੂੰ ਬਿਨਾਂ ਹੈਟ ਪਹਿਨੇ ਸੈਰ ਕਰਨੀ ਆਰੰਭ ਕਰ ਦਿੱਤੀ ਤਾਂ ਲੋਕਾਂ ਨੇ ਵੀ ਉਹਨਾਂ ਦੀ ਨਕਲ ਜਿਹੜੀ ਹੈ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੈਟ ਵੇਚਣ ਵਾਲੀ ਫਰਮ ਨੇ ਰਾਣੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਵੀ ਜੇ ਤੁਸੀਂ ਹੈਟ ਨਹੀਂ ਪਾਓਗੇ ਤਾਂ ਲੋਕਾਂ ਨੇ ਹੈਟ ਨਹੀਂ ਪਾਣੀਆਂ, ਤਾਂ ਹੈਟ ਮਤਲਬ ਟੋਪੀਆਂ, ਠੀਕ ਹੈ, ਨਹੀਂ ਪਾਣੀਆਂ ਤਾਂ ਜਿਹੜਾ ਹੈ ਸਾਡਾ ਜਿਹੜਾ ਧੰਦਾ ਹੀ ਕੈਂਸਲ ਹੋ ਜਾਏਗਾ, ਤਾਂ ਇਸ ਕਰਕੇ ਹੈਟ ਜ਼ਰੂਰ ਪਾਇਆ ਕਰੋ। ਤਾਂ ਰਾਜਕੁਮਾਰੀਆਂ ਨੇ ਹੈਟ ਪਾਣੀਆਂ ਸਟਾਰਟ ਕਰਤੀਆਂ ਫਿਰ ਦੁਬਾਰਾ, ਇਸ ਕਰਕੇ ਜਿਹੜਾ ਹੈ ਬਾਕੀ ਲੋਕਾਂ ਨੇ ਵੀ ਦੇਖਾ ਦੇਖੀ ਹੈਟਸ ਪਾਣੀਆਂ ਸਟਾਰਟ ਕਰਤੀਆਂ। ਸਾਲਸ ਦੇ ਰੂਪ ਦੇ ਵਿੱਚ, ਮੈਡੀਏਟਰ ਦੇ ਰੂਪ ਵਿੱਚ। ਹੁਣ ਦੇਖੋ ਇਹ ਇੱਕ ਰਬੜ ਦੀ ਮੋਹਰ ਕਹਿਣਾ ਬਿਲਕੁਲ ਠੀਕ ਨਹੀਂ ਆ, ਆਪਾਂ ਇਸ ਨੂੰ ਰਬੜ ਦੀ ਮੋਹਰ ਨਹੀਂ ਕਹਿ ਸਕਦੇ, ਇਸ ਨੂੰ ਸਮਝਣਾ ਵੀ ਭਾਰੀ ਭੁੱਲ ਹੈ ਕਿਉਂਕਿ ਰਾਜਾ ਸਨਮਾਨ ਅਤੇ ਆਦਰ ਦਾ ਚਿੰਨ੍ਹ ਹੈ, ਇਸ ਨੂੰ ਅਸੀਂ ਇਕੱਲੀ ਰਬੜ ਦੀ ਮੋਹਰ ਨਹੀਂ ਕਹਿ ਸਕਦੇ। ਸਾਰੇ ਮਹੱਤਵਪੂਰਨ ਕੰਮ ਤਾਂ ਉਸ ਦੇ ਨਾਂ ਤੇ ਕੀਤੇ ਜਾਂਦੇ ਆ, ਸਾਰੇ ਸ਼ਾਸਨ ਦਾ ਕਾਰਜਭਾਰ ਸੰਭਾਲਦਾ ਹੈ, ਚਾਹੇ ਉਹ ਨਾ ਮਾਤਰ ਦਾ ਮੁਖੀ ਹੈ ਪਰ ਹੈ ਤੇ ਹੈ ਨਾ, ਉਸ ਦੀ ਸਲਾਹ ਬਿਨਾਂ ਤਾਂ ਕੁਝ ਹੋ ਨਹੀਂ ਸਕਦਾ। ਰਾਜਾ ਦਲ ਰਾਜਨੀਤੀ ਤੋਂ ਸਭ ਤੋਂ ਉੱਤੇ ਹੁੰਦਾ ਹੈ ਤੇ ਸਾਰੇ ਰਾਜਨੀਤਿਕ ਦਲ ਬਰਾਬਰ ਹੁੰਦੇ ਨੇ, ਸਾਰੇ ਦਲ ਰਾਜੇ ਦਾ ਆਦਰ ਕਰਦੇ ਨੇ ਤੇ ਉਸ ਤੋਂ ਝਿਜਕਦੇ ਨੇ, ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਰਾਜੇ ਦੇ ਡਰ ਤੋਂ ਚੁੱਪ ਰਹਿੰਦੇ ਨੇ। ਰਾਜਾ ਰਾਸ਼ਟਰ ਦਾ ਪ੍ਰਧਾਨ ਹੈ ਕਿਉਂਕਿ ਜਿਹੜਾ ਹੈ ਸਾਰੇ ਕੰਮ ਜਿਹੜੇ ਉਸਦੇ ਨਾਮ ਤੇ ਕੀਤੇ ਜਾਂਦੇ। ਆਪਾਂ ਬਾਰ-ਬਾਰ ਉਹੀ ਲਾਈਨਸ ਕਰ ਰਹੇ ਹਾਂ, ਤਾਂ ਹੁਣ ਮੈਨੂੰ ਲੱਗਦਾ ਕਿ ਤੁਹਾਨੂੰ ਬਿਲਕੁਲ ਕਲੀਅਰ ਸਮਝ ਆ ਗਿਆ ਹੋਵੇਗਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਇੰਗਲੈਂਡ ਦੀ ਜਨਤਾ ਜਿਹੜਾ ਹੈ ਜਿੰਨਾ ਉਤਸ਼ਾਹ ਰਾਜੇ ਦੇ ਕੰਮ ਦੇ ਵਿੱਚ ਦਿਖਾਉਂਦੀ ਹੈ ਹੋਰ ਕਿਤੇ ਵੀ ਨਹੀਂ ਦਿਖਾਉਂਦੀ, ਕਿਉਂਕਿ ਉਹਨਾਂ ਦਾ ਪੂਰਾ ਪਿਆਰ ਜੁੜਿਆ ਹੋਇਆ ਪੀੜ੍ਹੀਆਂ ਦਰ ਪੀੜ੍ਹੀਆਂ। ਇੰਗਲੈਂਡ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਪਣੇ ਰਾਜੇ ਦੇ ਬਰਗਮਿੰਗਮ ਭਵਨ ਵਿੱਚ ਹੁੰਦੇ ਹੋਏ ਲੋਕ ਆਪਣੇ ਘਰ ਜ਼ਿਆਦਾ ਸੁੱਖ ਦੀ ਨੀਂਦ ਸੌਂਦੇ ਨੇ। ਜੇ ਰਾਜਾ ਬਰਗਮਿੰਗਮ ਦੇ ਵਿੱਚ ਹੈ, ਆਪਣੇ ਘਰ ਦੇ ਵਿੱਚ ਹੈ, ਤਾਂ ਲੋਕ ਵੀ ਆਰਾਮ ਦੀ ਨੀਂਦ ਸੌਂਦੇ ਨੇ। ਜਦੋਂ ਜਾਰਜ 6ਵਾਂ ਬਿਮਾਰ ਹੋਇਆ ਇੰਗਲੈਂਡ ਦਾ, ਤਾਂ ਲੱਖਾਂ ਲੋਕਾਂ ਨੇ ਉਸਦੀ ਸਿਹਤ ਜਾਣਨ ਲਈ ਮਹਿਲ ਦੇ ਬਾਹਰੋਂ ਇਕੱਠੇ ਹੁੰਦੇ ਸੀ ਅਤੇ ਅਸੀਂ ਜਿਹੜਾ ਹੈ ਰਾਜੇ ਦੀ ਪ੍ਰਸ਼ੰਸਾ ਵੀ ਕਰ ਸਕਦੇ ਹਾਂ, ਸਰਕਾਰ ਦੀ ਨਿੰਦਾ ਕਰ ਸਕਦੇ ਹਾਂ, ਪਰ ਰਾਜੇ ਦੀ ਹਮੇਸ਼ਾ ਪ੍ਰਸ਼ੰਸਾ ਹੁੰਦੀ ਹੈ। ਰਾਜਤੰਤਰ ਵਧੇਰੇ ਖਰਚੀਲਾ ਨਹੀਂ ਹੈ, ਠੀਕ ਹੈ। ਜੇਕਰ ਇੰਗਲੈਂਡ ਵਿੱਚ ਰਾਜਤੰਤਰ ਖਤਮ ਕਰ ਦਿੱਤਾ ਜਾਵੇ ਤੇ ਗਣਤੰਤਰ ਕਾਇਮ ਹੋ ਜੇ, ਪ੍ਰੈਜ਼ੀਡੈਂਟ ਜਿਹੜਾ ਹੈ ਰਾਸ਼ਟਰਪਤੀ ਬਿਠਾ ਦਿੱਤਾ ਜਾਵੇ, ਤਾਂ ਆਰਥਿਕ ਦ੍ਰਿਸ਼ਟੀ ਤੋਂ ਲਾਭ ਨਹੀਂ ਸੀ ਹੋਣਾ। ਇੰਗਲੈਂਡ ਵਿੱਚ ਰਾਜਤੰਤਰ ਦੇ ਬਜਟ ਦਾ 21ਵਾਂ, ਠੀਕ ਹੈ, 1% ਦਾ 20ਵਾਂ ਅਰਥਾਤ, ਠੀਕ ਹੈ, 20% ਜਿਹੜਾ ਹੈ ਖਰਚ ਹੁੰਦਾ ਹੈ। ਇਹ ਥੋੜ੍ਹੇ ਜਿਹੇ ਧਨ ਦੇ ਖਰਚ ਕਰਨ ਨਾਲ ਰਾਜਤੰਤਰ ਜਿਹੜਾ ਹੈ ਜੋ ਲਾਭ ਦਿੰਦਾ ਉਹ ਗਣਤੰਤਰ ਨਹੀਂ ਦੇ ਸਕਦਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰਾਜਤੰਤਰ ਇੰਗਲੈਂਡ ਦੇ ਵਿੱਚ ਬਹੁਤ ਹਰਮਨ ਪਿਆਰਾ ਹੈ। ਦੇਖਣ 'ਚ ਕਿਹਾ ਜਾ ਸਕਦਾ ਹੈ ਕਿ ਉੱਥੇ ਸਿਰਫ ਰਬੜ ਦੀ ਮੋਹਰ ਲਾਉਂਦਾ ਹੈਗਾ ਇਹ ਰਾਜਾ, ਬਟ ਇਹ ਚੀਜ਼ ਸਹੀ ਨਹੀਂ ਹੈਗੀ। ਲੋਕਤੰਤਰ ਦਾ ਯੁੱਗ ਹੈਗਾ ਇੰਗਲੈਂਡ ਵਿੱਚ। ਦੇਖਣ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉੱਥੇ ਲੋਕਤੰਤਰ ਵੀ ਹੈ ਅਤੇ ਰਾਜ ਦਾ ਤੰਤਰ ਵੀ ਹੈ। ਰਾਜਤੰਤਰ ਨੂੰ ਖਤਮ ਕਰਨ ਲਈ ਕੋਈ ਉਚਿਤਤਾ ਪ੍ਰਤੀਤ ਨਹੀਂ ਹੁੰਦੀ। ਸੋ ਇੰਗਲੈਂਡ ਦੇ ਵਿੱਚ ਰਾਜਤੰਤਰ ਪਹਿਲਾਂ ਵੀ ਕਾਇਮ ਸੀ, ਅੱਗੇ ਵੀ ਰਹੇਗਾ ਅਤੇ ਨਿਕਟ ਜਿਹੜਾ ਭਵਿੱਖ ਦੇ ਵਿੱਚ ਵੀ ਐਸਾ ਕੁਝ ਨਹੀਂ ਹੈ ਕਿ ਰਾਜਤੰਤਰ ਖਤਮ ਹੋ ਜਾਏਗਾ। ਸੋ ਇਹ ਸੀ ਅੱਜ ਦਾ ਵੀਡੀਓ, ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ।